ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਵੈਲਕਮ ਟੂ ਦ ਹੈਲੋ ਕੈਨੇਡਾ ਟੀਵੀ ਸ਼ੋਅ ਐਂਡ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਗੱਲਬਾਤ ਇੱਕ ਖਾਸ ਸ਼ਖਸੀਅਤ ਦੇ ਨਾਲ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਪ੍ਰੋਗਰਾਮ ਦਾ ਫਾਰਮੈਟ, ਸੋ ਉਸ ਗੱਲਬਾਤ ਦੇ ਵਿੱਚ ਅਸੀਂ ਅੱਜ ਜਾਣਾਂਗੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਖੁਸ਼ਹਾਲ ਬਣਾ ਸਕਦੇ ਹੋ। ਕਈ ਵਾਰ ਬੜੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੀ ਤੇਜ਼ ਰਫ਼ਤਾਰ ਦੇ ਵਿੱਚ ਭੁੱਲ ਜਾਂਦੇ ਹਾਂ। ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਇਹ ਛੋਟੀਆਂ ਗੱਲਾਂ ਕਰਕੇ ਜਾਂ ਛੋਟੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਹਨ ਉਹਨਾਂ ਨੂੰ ਕਿਵੇਂ ਬਟੋਰਿਆ ਜਾ ਸਕਦਾ ਹੈ, ਕਿਵੇਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਅਤੇ ਖਾਸ ਤੌਰ ਦੇ ਉੱਤੇ ਕਿਵੇਂ ਜਿਸ ਭੱਜ ਦੌੜ ਦੀ ਗੱਲ ਆਪਾਂ ਕਰਦੇ ਹਾਂ, ਜਿਸ ਭੱਜ ਦੌੜ ਦੇ ਕਾਰਨ ਸਾਨੂੰ ਅਨੇਕਾਂ ਜਿਹੜੀਆਂ ਅਜਿਹੀਆਂ ਅਲਾਮਤਾਂ, ਰੋਗ ਜਾਂ ਇਹ ਕਹਿ ਲਓ ਕਿ ਕਠਿਨਾਈਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਹਨਾਂ ਕਠਿਨਾਈਆਂ ਨੂੰ ਕਿਵੇਂ ਅਸੀਂ ਸੁਖਾਲਾ ਕਰ ਸਕਦੇ ਹਾਂ। ਭਾਵ ਮਾਨਸਿਕ ਤਣਾਅ ਜ਼ਿੰਦਗੀ ਨੂੰ ਕੁਣ ਵਾਂਗ ਖਾ ਰਿਹਾ ਹੈ। ਸੋ ਅੱਜ ਦੀ ਗੱਲਬਾਤ ਅਸੀਂ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਰੈਨੀ ਸਿੰਘ। ਸੋ ਰੈਨੀ ਸਿੰਘ ਹੋਰੀ ਜਿੱਥੇ ਇੱਕ ਬਹੁਤ ਬਾਕਮਾਲ ਜਿੱਥੇ ਰਾਈਟਰ ਹਨ, ਉੱਥੇ ਕਾਲਮਨਿਸਟ ਹਨ ਔਰ ਬਹੁਤ ਵੱਖ ਵਿਧਾਵਾਂ ਦੇ ਵਿੱਚ ਜਿੱਥੇ ਇਹ ਪੋਇਟਰੀ ਵੀ ਕਰਦੇ ਹਨ। ਇਹਨਾਂ ਦੀਆਂ 4 ਕਿਤਾਬਾਂ ਜਿਹੜੀਆਂ ਹਨ ਜੀ ਉਹ ਵੀ ਪਾਠਕਾਂ ਦੇ ਹੱਥਾਂ ਦੇ ਵਿੱਚ ਆ ਚੁੱਕੀਆਂ ਨੇ। ਅਤੇ ਸਭ ਤੋਂ ਵੱਡੀ ਗੱਲ ਇਹ ਬੜੇ ਲੰਮੇ ਸਮੇਂ ਤੋਂ ਟੀਵੀ ਪ੍ਰੋਗਰਾਮ ਕਰਨ ਦੇ ਨਾਲ ਅਖਬਾਰਾਂ ਦੇ ਵਿੱਚ ਤਕਰੀਬਨ ਜਿਹੜੇ ਭਾਰਤ ਦੇ ਔਰ ਵਿਦੇਸ਼ਾਂ ਦੇ ਚੋਟੀ ਦੇ ਅਖਬਾਰਾਂ ਦੇ ਵਿੱਚ ਇਹ ਬਤੌਰ ਕਾਲਮਨਿਸਟ ਵੀ ਆਪਣੇ ਜਿਹੜੇ ਲੇਖ ਹਨ ਉਹ ਛਪਵਾਉਂਦੇ ਨੇ ਔਰ ਇਹਨਾਂ ਦੇ ਲੇਖ ਜਿਹੜੇ ਹਨ ਜੀ ਉਹ ਪੜ੍ਹ ਕੇ ਬਹੁਤ ਸਾਰੇ ਜਿਹੜੇ ਦਰਸ਼ਕ ਸਾਡੇ ਪਾਠਕ ਇਹਨਾਂ ਦੇ ਹਨ ਉਹ ਆਪਣੀ ਜ਼ਿੰਦਗੀ ਨੂੰ ਇੱਕ ਸੇਧ ਦਿੰਦੇ ਨੇ। ਸੋ ਅੱਜ ਦੀ ਇਸ ਹੈਲੋ ਕੈਨੇਡਾ ਦੇ ਇਸ ਐਪੀਸੋਡ ਦੇ ਵਿੱਚ ਮੈਂ ਰੈਨੀ ਸਿੰਘ ਜੀ ਨੂੰ ਜੀ ਆਇਆਂ ਆਖਦਾ। ਸੋ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਕਬੂਲਣ ਲਈ ਸੱਦਾ ਤੇ ਵੈਲਕਮ ਟੂ ਹੈਲੋ ਕੈਨੇਡਾ ਟੀਵੀ ਸ਼ੋਅ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਟੂ ਹੈਵ ਮੀ ਹੇਅਰ ਫॉर ਹੈਵਿੰਗ ਮੀ। ਆਈ ਥਿੰਕ ਆਮ ਆਨਰਡ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੀ ਆਡੀਅנס ਦਾ। ਸੋ ਮੈਂ ਬਹੁਤ ਖੁਸ਼ ਹਾਂ ਜੀ। ਸੋ ਆਈ ਐਮ ਰੀਅਲੀ ਵੀ ਆਰ ਹੰਬਲ ਟੂ ਹੈਵ ਯੂ ਔਨ ਆਰ ਦਿਸ ਐਪੀਸੋਡ ਦਿਸ ਸ਼ੋਅ ਦੇ ਵਿੱਚ। ਔਰ ਮੈਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਤੁਸੀਂ ਕਾਫੀ ਮਸ਼ਰੂਫ ਰਹਿੰਦੇ ਹੋ ਔਰ ਕਾਫੀ ਤੁਸੀਂ ਉਸ ਸਮੇਂ ਦੇ ਵਿੱਚੋਂ ਜਿਹੜਾ ਸਾਡੇ ਲਈ ਸਾਡੇ ਦਰਸ਼ਕਾਂ ਦੇ ਲਈ ਜਿਹੜਾ ਸਮਾਂ ਕੱਢਿਆ। ਆਈ ਬਲੀਵ ਸਾਡੇ ਜਿਹੜੇ ਅਕਰੋਸ ਕੈਨੇਡਾ ਜਿਹੜੇ ਸਾਡੇ ਦਰਸ਼ਕ ਨੇ ਜਾਂ ਜਿਹੜੇ ਬਾਅਦ ਦੇ ਵਿੱਚ ਇਹਨੂੰ ਵੱਖ ਸੋਸ਼ਲ ਮੀਡੀਆ 'ਤੇ ਪਲੇਟਫਾਰਮਸ ਦੇ ਉੱਤੇ ਵਰਲਡ ਵਾਈਡ ਸਾਡੇ ਸ਼ੋਅ ਨੂੰ ਵੇਖਣਗੇ, ਉਹ ਤੁਹਾਡੀ ਅੱਜ ਦੀ ਜਿਹੜੀ ਗੱਲਬਾਤ ਹੈ ਉਸ ਤੋਂ ਜ਼ਰੂਰ ਕੁਝ ਨਾ ਕੁਝ ਫਾਇਦਾ ਉਹਨਾਂ ਨੂੰ ਹੋਏਗਾ। ਸੋ ਰੈਨੀ ਸਿੰਘ ਜੀ, ਮੈਂ ਜਿਵੇਂ ਦੱਸਿਆ ਕਿ ਤੁਸੀਂ ਬਤੌਰ ਜਿਹੜੀ ਮੇਰੀ ਤੁਹਾਡੇ ਨਾਲ ਜਾਣ ਪਹਿਚਾਣ ਹੈ ਉਹ ਬਤੌਰ ਰਾਈਟਰ ਹੈ। ਤੁਸੀਂ ਤੁਹਾਡੇ ਕਾਲਮ ਜਿਹੜੇ ਹਨ ਜੀ ਉਹ ਅਸੀਂ ਵੱਖ ਅਖਬਾਰਾਂ ਦੇ ਵਿੱਚ ਔਰ ਸਪੈਸ਼ਲੀ ਵੈਲਨੈਸ ਦੇ ਉੱਤੇ ਤੁਸੀਂ ਬਹੁਤ ਲਿਖਦੇ ਹੋ। ਸੋ ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਕਿ ਜਿਹੜਾ ਤੁਹਾਡੀ ਅੱਜ ਦੇ ਸਮੇਂ ਦੇ ਦੌਰਾਨ ਤੁਸੀਂ ਕਿਵੇਂ ਦੇਖਦੇ ਹੋ ਕਿ ਪੈਂਡੇਮਿਕ ਚੱਲ ਰਿਹਾ, 1 ਸਾਲ ਤੋਂ ਉੱਤੇ ਹੋ ਗਿਆ ਹੁਣ ਪੈਂਡੇਮਿਕ ਨੂੰ ਚੱਲਦੇ ਔਰ ਲੋਕ ਸਾਰੇ ਘਰਾਂ ਦੇ ਵਿੱਚ ਬੰਦ ਨੇ, ਕੈਦ ਨੇ, ਔਰ ਤੁਸੀਂ ਫਿਰ ਵੀ ਉਹਨਾਂ ਨੂੰ ਇੱਕ ਖੁਸ਼ੀ ਦੀ ਲਹਿਰ ਔਰ ਇੱਕ ਖੁਸ਼ੀ ਦਾ ਸੁਨੇਹਾ ਦਿੰਦੇ ਹੋ ਆਪਣੇ ਲੇਖਾਂ ਦੇ ਰਾਹੀਂ। ਉਹਦੇ ਬਾਰੇ ਥੋੜ੍ਹਾ ਦੱਸੋ ਕਿ ਕਿੰਨਾ ਕੁ ਔਖਾ ਹੁੰਦਾ ਹੈ ਅਜਿਹੇ ਸਮਿਆਂ ਦੇ ਵਿੱਚ ਲੋਕਾਂ ਨੂੰ ਉਹਨਾਂ ਦਾ ਜੀਵਨ ਦਾ ਸਹੀ ਰਾਹ ਦੱਸਣਾ ਜੀ, ਔਰ ਕਿਵੇਂ ਤੁਸੀਂ ਦੱਸਦੇ ਹੋ ਇਸ ਸਵਾਲ ਦਾ ਤੁਹਾਡਾ ਤੇ ਬਹੁਤ ਰੈਲੇਵੈਂਟ ਦੇ ਜਿਹੜੀ ਪੰਜਾਬੀ ਬਹੁਤ शायद ना हो, पर जिस मैं अपने आप ਨੂੰ ਐਕਸਪ੍ਰੈਸ ਕਰਦੀ ਹਾਂ ਕਿਉਂਕਿ ਲੇਖ ਮੇਰੇ ਤਕਰੀਬਨ ਸਾਰੇ ਅੰਗਰੇਜ਼ੀ ਵਿੱਚ, ਹਾਲਾਂਕਿ ਪਹਿਲਾਂ ਮੈਂ ਪੰਜਾਬੀ ਚ ਲਿਖਿਆ, ਲੇਕਿਨ ਅੱਜ ਲੈਂਗੁਏਜ ਦਾ ਫਰਕ ਨਹੀਂ ਹੁੰਦਾ। ਇਹ ਤਾਂ ਮਨ ਦਾ ਭਾਵ ਹੈ, ਹਾਊ ਵੀ ਆਈ ਲੋਕ ਤੁਹਾਨੂੰ ਕਿਸ ਤਰ੍ਹਾਂ ਐਕਸੈਪਟ ਕਰਦੇ ਨੇ। ਲੈਂਗੁਏਜ ਜਿਹੜੀ ਹਿੰਦੀ ਲੈਂਗੁਏਜ ਹੈ ਤੁਹਾਨੂੰ ਪਤਾ ਹੈ ਕੋਈ ਰੂਹ ਦੀ ਜਿਹੜੀ ਜ਼ੁਬਾਨ ਹੈ ਜਿਹੜਾ ਰਸ ਹਰ ਇੱਕ ਤੱਕ ਪਹੁੰਚਣਾ ਚਾਹੀਦਾ। ਦੈਟ ਇਜ਼ ਅੱਛਾ। ਪੈਂਡੈਮਿਕ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਇਹਦੇ ਵਿੱਚ ਇੱਕ ਕਿਸਮ ਨਾਲ ਬਚ ਗਈ। ਆਈ ਥਿੰਕ ਇਨ ਅ ਵੇ ਮੈਨੂੰ ਮੈਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਦੀ ਹਾਂ। ਮੈਂ ਆਪਣੇ ਰੀਡਰਸ ਵੀ ਇਹੀ ਦੀ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਇਹਦੇ ਵਿੱਚੋਂ ਜਿੰਨੀ ਪੋਜ਼ਿਟਿਵਿਟੀ ਆ ਉਹੀ ਕਰ ਸਾਡੀ ਸੋਚ ਚੀਜ਼ ਨੂੰ ਨੈਗੇਟਿਵ ਜਾਂ ਪੋਜ਼ਿਟਿਵ ਬਣਾਉਂਦੀ ਹੈ। ਐਗਜ਼ੈਕਟਲੀ ਸਾਡਾ ਪਰਸੈਪਸ਼ਨ ਹੈ ਨਾਲ ਅਸੀਂ ਚੀਜ਼ ਨੂੰ ਪਰਸੀਵ ਕਰੀਏ
अपने तरीके नाल जे असीं actively tune on रखिए, we can manage to sway the audience accordingly. ਤੇ ਹਰ एग्जैक्टली। ਇਨਸਾਨ ਦਾ ਮੇਰੇ ਨਾਲ ਇੱਕ ਤਰਫ ਰਿਸਪੌਂਸਿਬਿਲਿਟੀ ਹੈ, ਉਹ हम्म। ਆਪਣੇ ਆਪ ਨੂੰ ਪੋਜ਼ਿਟਿਵ ਰੱਖੇ। बहुत अच्छे। ਤੇ ਮੇਰਾ ਹਿਸਾਬ ਨਾਲ ਰੱਬ ਨੇ ਇੱਕ ਕਿਸਮ ਦਾ I believe a lot in God. I am spiritual by nature. ਬਚਪਨ हम्म। ਮੈਂ ਇਹਨੂੰ ਕਹਿੰਦੀ ਕਿ although I'm born Sikh, ਪਰ ਸਿੱਖ ਦਾ ਮਾਇਨੇ ਅਸਲੀ ਚ ਤੁਸੀਂ ਦੇਖੋ ਤੇ it is Shisha. It is the learner. So we are constant learners. And every religion is taking us towards God. हम्म। ਇਹ ਤਾਂ ਵੱਖੋ ਵੱਖ ਰਸਤੇ ਨੇ जी। ਤੇ ਅਸੀਂ ਇਸ ਗੱਲ ਦਾ ਪੂਰਾ ਧਿਆਨ ਰੱਖੀਏ ਕਿ ਅਸੀਂ ਸਿਰਫ ਉਸ ਦੀ ओर ਉਹ ਸਾਨੂੰ ਮਤਲਬ who is God? God is within us. ਜਿਵੇਂ ਦੀ ਉਪਨਿਸ਼ਦ ਦੇ ਸੇ ਅਹਮ ਬ੍ਰਹਮ ਨਹੀਂ ਬ੍ਰਹਮ, ਤੇ जी। ਅਸੀਂ ਉਸ ਬ੍ਰਹਮ ਨੂੰ ਲੱਭਦੇ ਹਾਂ। क्या बात है जी। मैं So I जी। feel ਕਿ ਅੱਜ ਪੈਂਡੇਮਿਕ ਹੈ, ਇਹ ਸਾਨੂੰ ਆਪਣੇ ਆਪ ਜੋੜਨ ਲਈ ਆਇਆ ਹੈ। एग्री ਇੱਕ ਸਭ ਤੋਂ ਵੱਡਾ ਫਾਇਦਾ ਇਹ ਹੋਇਆ जी। ਕਿ ਲੋਕਾਂ ਨੂੰ ਆਪੋ ਆਪਣੇ ਘਰਾਂ ਚ हाँ जी। ਜਿਹਨਾਂ ਨੇ ਆਪਣੀ ਕਈ ਬੱਚਿਆਂ ਦੇ ਫਾਦਰ ਨੂੰ ਸੰਡੇ ਡੈਡੀ, ਉਹ ਫਾਦਰ ਸਾਰਾ ਦਿਨ ਹੀ ਡੈਡੀ ਹੋ ਗਿਆ। हाँ जी। ਅੱਛਾ, ਜਿਹਨੇ ਕਦੇ ਆਪਣੇ ਟਾਈਮ ਫੈਮਿਲੀ ਨਾਲ ਟਾਈਮ ਨਹੀਂ ਸਪੈਂਡ ਕੀਤਾ ਸੀ, ਉਹਨਾਂ ਨੂੰ ਵਕਤ ਮਿਲ ਗਿਆ ਕਿ ਇੱਕ ਦੂਜੇ ਨੂੰ ਜਾਣਨ ਪਹਿਚਾਨਣ। ਹਾਂ, ਇਹਨੇ ਕਾਫੀ ਉਪਕਾਰ ਕੀਤਾ ਕਿ ਕਈ ਰਿਸ਼ਤੇ ਟੁੱਟ ਵੀ ਗਏ जी। ਤੇ ਕਈ ਰਿਸ਼ਤੇ ਵੀ ਗਏ जुड़ भी ਤੇ गए। ਕਈ ਰਿਸ਼ਤੇ ਗੂੜੇ ਵੀ ਹੋ ਗਏ जी। ਤੇ ਲੋਕਾਂ ਨੇ ਕਾਫੀ ਕੋਸ਼ਿਸ਼ ਕੀਤੀ जी। ਆਪਸ ਵਿੱਚ ਤਪੱਸਿਆ ਤੇ ਅੰਡਰਸਟੈਂਡਿੰਗ। बहुत अच्छे ਆਈ ਫੀਲ ਕਿ ਪੈਂਡੇਮਿਕ ਤਾਂ ਸਾਨੂੰ ਪੋਜ਼ਿਟਿਵ ਚੰਗੇ ਵਾਲੇ ਪਾਸੇ ਸਿੱਖਿਆ ਤੁਸੀਂ ਸਿੱਖਿਆ ਦਿੱਤੀ ਹੈ। ਸੋ ਮੈਂ ਤੁਹਾਡੇ ਹਾਂਜੀ ਰੈਨੀ ਜੀ, ਤੁਸੀਂ ਬੜਾ ਅੱਛਾ ਆਈ ਥਿੰਕ ਯੂ ਐਕਸਪਲੇਨਡ ਸੋ ਵੈਲ। ਆਈ ਮੀਨ ਤੁਸੀਂ ਉਹ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਜਿਹੜੀ ਅਕਸਰ ਕਹਾਵਤ ਹੁੰਦੀ ਹੈ, ਤੁਸੀਂ ਉੱਦਾਂ ਉਹ ਇੱਕੋ ਜਵਾਬ ਦੇ ਕੇ ਮੇਰੇ ਖਿਆਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕਾਫੀ ਇੱਕ ਜਿਹੜਾ ਚਾਨਣਾ ਪਾਇਆ। ਤਾਂ ਮੈਂ ਸਮਝਦਾ ਕਿ ਚੈਲੰਜਸ ਬਿਲਕੁਲ ਨੋ ਡਾਊਟ ਕਿ ਜਦੋਂ ਐਸੀਆਂ ਜਿਹਨੂੰ ਆਪਾਂ ਆਪਾਤਕਾਲੀਨ ਜਾਂ ਅਜਿਹੀਆਂ ਅਨਪ੍ਰੈਸੀਡੈਂਟਡ ਐਂਡ ਐਮਰਜੈਂਸੀ ਵਰਗੀਆਂ ਸਿਚੁਏਸ਼ਨਸ ਹੋਣ ਤਾਂ ਕਾਫੀ ਮੁਸ਼ਕਲਾਂ ਅਤੇ ਚੈਲੰਜਸ ਹੁੰਦੇ ਨੇ, ਕਾਫੀ ਜਿਹੜੀਆਂ ਚੁਣੌਤੀਆਂ ਵੀ ਆਉਂਦੀਆਂ ਨੇ। ਸੋ ਮੈਂ ਇਹ ਜਾਣਨਾ ਚਾਹਾਂਗਾ ਕਿ ਅਕਸਰ ਕਈ ਕਮਜ਼ੋਰ ਦਿਲ ਦੇ ਇਨਸਾਨ ਜਾਂ ਮਾਨਸਿਕ ਕਮਜ਼ੋਰ ਤੌਰ 'ਤੇ ਕਮਜ਼ੋਰ, ਚਾਹੇ ਉਹ ਬੱਚੇ ਬੁੱਢੇ ਜਵਾਨ ਕੋਈ ਵੀ ਹੋ ਸਕਦੇ ਆ, ਉਹਨਾਂ ਨੂੰ ਜਿਹੜਾ ਇੱਕ ਮਾਨਸਿਕ ਪੱਧਰ ਹੈ ਉਹਨਾਂ ਦਾ ਮੈਂਟਲ ਲੈਵਲ ਹੈ, ਮੈਨੂੰ ਇਹ ਪਤਾ ਹੈ ਕਿ ਤੁਸੀਂ ਉਹ ਆਪਾਂ ਕਿਵੇਂ ਉੱਤੇ ਚੁੱਕੀਏ, ਕਿਉਂਕਿ ਤੁਸੀਂ ਬਤੌਰ ਕਾਉਂਸਲਿੰਗ ਜਿਹੜਾ ਤੁਸੀਂ ਕਾਫੀ ਤੁਹਾਡੇ ਜਿਹੜੇ ਸੈਸ਼ਨਸ ਵੈਬੀਨਾਰ ਸੈਮੀਨਾਰਸ ਜਿਹੜੇ ਹਾਂਜੀ ਉਹ ਹੁੰਦੇ ਨੇ, ਔਰ ਵੱਖ-ਵੱਖ ਇੰਸਟੀਟਿਊਸ਼ਨ ਭਾਵੇਂ ਉਹ ਸਕੂਲ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜਾਂ ਕੋਈ ਉਹ ਪ੍ਰਾਈਵੇਟ ਸੈਮੀ ਗਵਰਨਮੈਂਟ ਇੰਸਟੀਟਿਊਸ਼ਨਸ ਜਾਂ ਕੋਈ ਵੀ ਐਸੇ ਅਦਾਰੇ ਨੇ, ਤਾਂ ਤੁਸੀਂ ਉੱਥੇ ਐਜ਼ ਅ ਮੋਟੀਵੇਸ਼ਨਲ ਔਰ ਕਾਉਂਸਲਿੰਗ ਦੇ ਤੌਰ ਦੇ ਉੱਤੇ ਐਜ਼ ਅ ਸਪੀਕਰ ਤੁਹਾਨੂੰ ਸੱਦਿਆ ਜਾਂਦਾ, ਇੰਸਪੀਰੇਸ਼ਨਲ ਸਪੀਕਰ ਦੇ ਤੌਰ ਦੇ ਉੱਤੇ ਵੀ। ਸੋ ਯੂ ਹੈਵ ਸੱਚ ਅ ਵਾਸਟ ਪ੍ਰੋਫਾਈਲ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਸੋ ਮੈਂ ਇਹ ਜਾਣਨਾ ਚਾਹਾਂਗਾ ਕਿ ਮੋਰਲ, ਆਪਾਂ ਅਕਸਰ ਕਹਿੰਦੇ ਹਾਂ ਕਿ ਲੋਕਾਂ ਦਾ ਮੋਰਲ ਐਸੀਆਂ ਸਿਚੁਏਸ਼ਨਸ ਦੇ ਦੌਰਾਨ ਕਿਵੇਂ ਬੂਸਟ ਕੀਤਾ ਜਾ ਸਕਦਾ, ਸਾਡੇ ਦਰਸ਼ਕ ਕੀ ਕਰਨ ਆਪਣੇ ਆਪ ਨੂੰ ਆਪਣੇ ਮੋਰਲ ਨੂੰ ਅਪਲਿਫਟ ਕਰਨ ਦੇ ਲਈ? ਨਹੀਂ, ਬਹੁਤ ਅੱਛਾ ਆਪਣੇ ਦਰਸ਼ਕਾਂ ਲਈ ਪੁੱਛ ਲਿਆ ਉਹਨਾਂ ਦੀ ਵੱਲੋਂ ਜੀ। ਇਹ ਸਵਾਲ ਤੇ ਮੇਰੇ ਖਿਆਲ ਹਰ ਇਨਸਾਨ ਦੇ ਮਨ, ਕਿਉਂਕਿ ਇਹ ਮੈਂ ਸੋਸ਼ਲ ਐਨੀਮਲ, ਉਹਦੇ ਲਈ ਬੜਾ ਜ਼ਰੂਰੀ ਹੈ ਕਿ ਉਹ ਬਾਹਰ ਜਾਏ ਤੇ ਦੇਖੇ। ਮੈਂ ਦਰਸ਼ਕਾਂ ਨੂੰ ਕੀ ਆਖਾਂ, ਮੈਂ ਤਾਂ ਖੁਦ ਮਹਿਸੂਸ ਕੀਤਾ। ਸੋ I think I managed to guide because I'm a people's person. ਮੈਂ ਮਤਲਬ ਮੈਨੂੰ ਲੋਕਾਂ ਨਾਲ ਗੱਲਬਾਤ ਕਰਨੀ, ਉਹ ਚਾਹੇ ਨੇੜੀ ਵਾਲਾ ਹੋਏ ਚਾਹੇ ਮੰਤਰੀ ਹੋਏ, ਤੇ ਸਾਥ ਮਤਲਬ each one is a teacher. ਐਗਜ਼ੈਕਟਲੀ। ਜਿਸ ਤਰ੍ਹਾਂ ਅੱਜ ਮੈਂ ਜੂਸ ਵਾਲੇ ਕੋਲ ਜੂਸ ਪੀਦਾ, ਉਹ ਸਲਾਮ ਕਰਦਾ ਹੈ, ਗੱਲਬਾਤ ਕਰਦਾ ਹੈ। ਬਿਲਕੁਲ। ਤੇ I feel ਕਿ ਜਿੰਨੀ ਕੋਸ਼ਿਸ਼ ਜਾਏ ਆਪਣੇ ਆਪ ਨੂੰ ਬਾਹਰ ਆਊਟਵਰਡਲੀ ਮੋਟੀਵੇਟ ਕਰਨ ਦੀ, that is important. और मैं
ਸਾਡੇ ਇੰਡੀਆ ਵਿੱਚ ਸਾਡੇ ਚੰਡੀਗੜ੍ਹ ਵਿੱਚ ਲੌਕਡਾਊਨ ਸਿਚੁਏਸ਼ਨ ਇਜ਼ ਪ੍ਰੀਟੀ ਈਜ਼ੀ ਤੇ ਜਾ ਕੇ ਮਤਲਬ ਆਈ ਆਲਵੇਸ ਟੈਲ ਪੀਪਲ ਕਿ ਬਈ ਸਾਹਮਣੇ ਬਿਕਾਜ਼ ਆ ਹੁਣ ਟੀਵੀ ਕੀ ਵਗੈਰਾ ਵੈਰੀ ਗੁੱਡ ਬਟ ਇਹ ਤੋਂ ਹੱਥ ਚਾਹੀਦਾ ਹਿਊਮਨ ਕਨੈਕਸ਼ਨ ਇਜ਼ ਵੈਰੀ ਜੀ ਜੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਕਰ ਰਹੀ ਸੀ ਜਦੋਂ ਲਾਕਡਾਊਨ ਹੋਇਆ ਤੇ ਇੱਥੇ ਤੇ ਤੁਸੀਂ ਬਾਹਰ ਜਾ ਸਕਦੇ ਤੇ ਮੈਂ ਜਾ ਕੇ ਕਰਕੇ ਨਾ ਉਹ ਜਿਹੜੇ ਸਾਡੇ ਵਿੱਚ ਤੁਹਾਨੂੰ ਪਤਾ ਪਿੱਛੇ ਸਬਜ਼ੀ ਵਾਲੇ ਵੀ ਬੈਠੇ ਹੁੰਦੇ ਆ ਮੈਂ ਦੂਰੋਂ ਗੱਡੀ ਵਿੱਚੋਂ ਉਹਨੂੰ ਹੱਥ ਮਾਰਨਾ ਦੇ ਨਾਲ ਬਾਤ ਕਰਦੀ ਤੇ ਆਈ ਵੁੱਡ ਗੁੱਡ ਜੀ ਸੋ ਆਈ ਫੀਲ ਦੈਟ ਯੂ ਨੋ ਟ੍ਰਾਈਂਗ ਟੂ ਰੀਚ ਆਊਟ ਟੂ ਪੀਪਲ ਐਟ ਅ ਲੈਵਲ ਆਫ ਕਮਿਊਨੀਕੇਸ਼ਨ ਜੀ ਜੀ ਤੇ ਜਿਸ ਤਰ੍ਹਾਂ ਜਿਹੜੇ ਲੋਕ ਘਰਾਂ ਚ ਉਹ ਆਪਣੇ ਬੱਚਿਆਂ ਨਾਲ ਗੇਮਸ ਜਾਂ ਨਾਲ ਕੋਈ ਨਾ ਕੋਈ ਮਤਲਬ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰਨ ਹੋਣਗੀਆਂ ਮੇਰਾ ਖਿਆਲ ਹੈ ਲੋਕੀ ਉਹਨੂੰ ਆਪਣੇ ਪੇਰੈਂਟਸ ਨਾਲ ਪਹਿਲੀ ਵਾਰ ਅੰਡਰਸਟੈਂਡ ਕਰਨ ਦਾ ਮੌਕਾ ਲੱਗਿਆ ਸਾਡੇ ਕਿਸਮ ਦੇ ਫਰੈਂਡਸ ਵਾਂਗੂ ਹੀ ਹੈ ਸੋ ਬਿਲਕੁਲ ਬਿਲਕੁਲ ਸੋ older people ਜੀ 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 ਸਵੇਰੇ ਆਪਣੇ ਜੌਬ ਨੂੰ ਭੱਜਿਆ ਜਾਂਦਾ ਜੀ ਰੈਨੀ ਸਿੰਘ ਜੀ ਬਿਲਕੁਲ ਮੈਂ ਫਰਮ ਹੋਮ ਆਇਆ ਬਿਲਕੁਲ ਆਪਾਂ ਇਸ ਸਿਲਸਿਲੇ ਨੂੰ ਇਸ ਗੱਲਬਾਤ ਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਇੱਕ ਛੋਟੀ ਜੀ ਬ੍ਰੇਕ ਲੈਂਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ ਬਹੁਤ ਹੀ ਰੌਚਕ ਗੱਲਬਾਤ ਲੈ ਕੇ ਹਾਜ਼ਰ ਨੇ ਰੈਨੀ ਸਿੰਘ ਜੀ ਇੰਡੀਆ ਭਾਰਤ ਤੋਂ ਸੋ ਉਹਨਾਂ ਦੇ ਨਾਲ ਗੱਲਬਾਤ ਜਾਰੀ ਰਹੇਗੀ ਇੱਕ ਬ੍ਰੇਕ ਤੋਂ ਬਾਅਦ ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਇੰਡੀਆ ਭਾਰਤ ਤੋਂ ਸਾਡੇ ਨਾਲ ਰੈਨੀ ਸਿੰਘ ਜੀ ਹਨ ਜਿਹੜੇ ਕਿ ਜਿੱਥੇ ਇੱਕ ਬਹੁਤ ਜਾਣੀ ਪਹਿਚਾਣੀ ਸ਼ਖਸੀਅਤ ਹਨ ਸਾਹਿਤ ਦੇ ਖੇਤਰ ਦੇ ਵਿੱਚ ਐਜ਼ ਅ ਰਾਈਟਰ ਕਾਲਮਨਿਸਟ ਐਂਡ ਆਥਰ ਆਫ 4 ਬੁੱਕਸ ਉੱਥੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਐਜ਼ ਜਿਹੜਾ ਹੈ ਸਾਈਕੋਥੈਰੇਪੀ ਦਾ ਜਿਹੜਾ ਕਾਉਂਸਲਿੰਗ ਦੀਆਂ ਜਿਹੜੀਆਂ ਸੇਵਾਵਾਂ ਉਹ ਦਿੰਦੇ ਨੇ ਐਜ਼ ਅ ਮੋਟੀਵੇਸ਼ਨਲ ਐਂਡ ਇੰਸਪੀਰੇਸ਼ਨਲ ਸਪੀਕਰ ਦੇ ਤੌਰ ਦੇ ਉੱਤੇ ਉਹ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਸੇਵਾ ਹੈ ਅਜਿਹਾ ਕੰਮ ਹੈ ਜਿਹੜਾ ਕਿ ਜਿਸ ਦੀ ਕਿ ਅਜੋਕੇ ਸਮੇਂ ਦੇ ਵਿੱਚ ਹਰ ਇੱਕ ਨੂੰ ਜ਼ਰੂਰਤ ਹੈ ਤਾਂ ਅਸੀਂ ਉਸੇ ਬਾਬਤ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਅਤੇ ਅੱਗੇ ਚੱਲ ਕੇ ਤੁਹਾਨੂੰ ਇੱਕ ਬੜੀ ਰੌਚਕ ਜਾਣਕਾਰੀ ਉਹਨਾਂ ਦੇ ਬਾਰੇ ਦੱਸਾਂਗੇ ਪ੍ਰੋਗਰਾਮ ਦੇ ਅਖੀਰ ਤੱਕ ਤੁਸੀਂ ਸਾਡੇ ਨਾਲ ਬਣੇ ਰਹਿਣਾ ਕਿ ਉਹ ਹੋਰ ਇੱਕ ਅਜਿਹਾ ਨਵੇਕਲਾ ਕੰਮ ਜਿਹੜਾ ਤੁਸੀਂ ਸ਼ਾਇਦ ਸੋਚਿਆ ਵੀ ਨਾ ਹੋਵੇ ਜਿਸ ਦੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰਤ ਹੈ ਉਸ ਖੇਤਰ ਦੇ ਵਿੱਚ ਉਸ ਕਿੱਤੇ ਦੇ ਵਿੱਚ ਵੀ ਉਹ ਪੂਰੀ ਲਗਨ ਮਿਹਨਤ ਦੇ ਨਾਲ ਲੱਗੇ ਹੋਏ ਹਨ ਸੋ ਵੈਲਕਮ ਬੈਕ ਟੂ ਦਾ ਸ਼ੋ ਰੈਨੀ ਸਿੰਘ ਜੀ ਆਇਆਂ ਨੂੰ ਵਨਸ ਅਗੇਨ ਸੋ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਤੁਸੀਂ ਦੱਸ ਰਹੇ ਸੀ ਕਿ ਕਿਹੜੀਆਂ ਐਸੀਆਂ ਟੈਕਨੀਕਸ ਹਨ ਜਦੋਂ ਕੋਈ ਕਿਸੇ ਨੂੰ ਕੋਈ ਸਟ੍ਰੈਸ ਦੇ ਵਿੱਚ ਆ ਜਾਂਦਾ ਮੈਂ ਤੁਹਾਡੇ ਬਹੁਤ ਸਾਰੇ ਜਿਹੜੇ ਆਰਟੀਕਲ ਨੇ ਐਜ਼ ਅ ਸਟ੍ਰੈਸ ਬਸਟਰ ਦੇ ਤੌਰ ਦੇ ਉੱਤੇ ਜਿਹੜੇ ਤੁਸੀਂ ਲਿਖੇ ਨੇ ਬਾ ਕਮਾਲ ਨੇ ਪਿਛਲੇ ਸਾਲ ਕੁਝ ਮਹੀਨੇ ਪਹਿਲਾਂ ਮੈਂ ਇੱਕ ਬੜਾ ਅੱਛਾ ਤੁਹਾਡਾ ਦਾ ਟ੍ਰਿਬਿਊਨ ਦੇ ਵਿੱਚ ਤੁਸੀਂ ਆਰਟੀਕਲ ਜਿਹੜਾ ਜੀ ਉਹ ਭੇਜਿਆ ਸ਼ੇਅਰ ਕੀਤਾ ਸੀ ਆਪਣੇ ਸੋਸ਼ਲ ਪੋਰਟਲ 'ਤੇ ਸੋ ਆਈ ਐਮ ਰੀਅਲੀ ਪ੍ਰਾਊਡ ਕਿ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਇੰਨਾ ਰਿਸਰਚ ਕਰਕੇ ਉਹਨਾਂ ਦੇ ਸਾਹਮਣੇ ਇੱਕੋ ਜਿਵੇਂ ਕਹਿੰਦੇ ਨਾ ਜੀ ਪਰੋਸਦੇ ਹੋ ਥੈਰੇਪੀ ਔਰ ਉਹਨਾਂ ਨੂੰ ਇੱਕ ਦਿੰਦੇ ਹੋ ਤੁਸੀਂ ਉਹਨਾਂ ਨੂੰ ਸਮਝਾਉਂਦੇ ਹੋ ਸੋ ਮੈਂ ਜਾਣਨਾ ਚਾਹਾਂਗਾ ਕਿ ਇਹ ਸਟ੍ਰੈਸ ਜਿਹੜਾ ਹੈ ਜੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੱਚੇ ਬੁੱਢੇ ਤੋਂ ਲੈ ਕੇ ਜਵਾਨ ਤੱਕ ਸਾਰਿਆਂ ਨੂੰ ਹੁੰਦਾ ਇਸ ਤੋਂ ਬਚਣ ਦੇ ਲਈ ਤੁਸੀਂ ਦੱਸ ਰਹੇ ਸੀ ਸ਼ਾਇਦ ਵੀ ਕਿਹੜੇ ਐਸੇ ਕੰਮ ਕੀਤੇ ਜਾਣ ਕਿ ਇਸ ਤੋਂ ਬਚਿਆ ਜਾਵੇ ਸੋ ਉਸੇ ਲੜੀ ਦੇ ਵਿੱਚ ਅੱਗੇ ਚੱਲ ਕੇ ਥੋੜਾ ਦੱਸੋ ਜੀ ਹਾਂ ਇਹ ਸਟ੍ਰੈਸ ਤਾਂ ਹਰ ਇੱਕ ਬੰਦੇ ਨੂੰ ਹੀ ਹੈ ਚਾਹੇ ਉਹ ਛੋਟਾ ਬੱਚਾ ਹੋਏ ਚਾਹੇ ਅੱਜ ਕੱਲ ਤਾਂ ਸਕੂਲ ਬੈਗਸ ਹੀ ਹੁਣ ਤਾਂ ਅੱਜ ਕੱਲ ਆਫ ਕੋਰਸ ਦੇ ਆਰ ਗੋਇੰਗ ਆਨਲਾਈਨ ਬਟ ਸਕੂਲ ਬੈਗ ਜਿੰਨਾ ਵੱਡਾ ਨਰਸਰੀ ਕਲਾਸ ਦੇ ਬੱਚੇ ਦਾ ਹੈ ਮੇਰੇ ਖਿਆਲ ਕਾਲਜ ਵਾਲੇ ਦਾ ਵੀ ਨਹੀਂ ਹੈਗਾ ਬਿਲਕੁਲ ਸੋ ਸਟ੍ਰੈਸ ਇਜ਼ ਅ ਪਾਰਟ ਆਫ ਆਵਰ ਲਾਈਫ ਨਾਓ ਤੇ ਅਸੀਂ ਐਕਸੈਪਟ ਕਰ ਚੁੱਕੇ ਹਾਂ ਕਿ ਇਹ ਤਾਂ ਸਾਡੇ ਨਾਲ ਹੀ ਚੱਲਣਾ ਹੈ I recommend the first thing we need to do is mental house cleaning ਜਿਹਨੂੰ ਕਹਿੰਦੇ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀ ਸਫਾਈਆਂ ਕਰਦੇ ਹਾਂ ਸਾਨੂੰ ਆਪਣੇ ਮਾਈਂਡ ਦੀ ਸਫਾਈ ਕਰਨ ਦੀ ਬੜੀ ਜ਼ਰੂਰਤ ਹੈ ਬਿਕਾਜ਼ ਫਾਲਤੂ ਦੇ ਲੋਕਾਂ ਦੀਆਂ ਚੀਜ਼ਾਂ ਅਸੀਂ ਮਾਈਂਡ 'ਚ ਇਕੱਠੀਆਂ ਕੀਤੀਆਂ ਹੋਈਆਂ ਨੇ ਸੋ ਜਿਸ ਤਰ੍ਹਾਂ ਕਮਰਾ ਅਸੀਂ ਭਰੀ ਬੈਠੇ ਹੁੰਦੇ ਹਾਂ ਯੂ ਨੋ ਇੱਧਰ ਉੱਧਰ ਸਮਾਨ ਨਾਲ the mind is cluttered with all sorts of stuff so sab to pehla we need to declutter it hai na so I think that is the first thing we need to do then of course I recommend ke thodi bahut meditation meditation da naam sunde hi loki घबरा jande hain
कि पता नहीं जी की करना पऊगा. But what you need to do is, हाँ जी, give yourself 5 minutes in the morning, which just to close your eyes, go inside yourself and just be. कुछ ना सोचो, दिमाग ਨੂੰ खाली रखो. I think that is enough. फिर रात ਨੂੰ ਸੌਣ ਤੋਂ ਪਹਿਲਾਂ again just relax. ਕੋਈ music ਲਾਉਣ ਦਾ, if you are fond of music ਲਗਾ ਲਓ. ਨਹੀਂ ਤਾਂ just stay in stillness. ਉਹ ਜਿਹੜੀ calm and peace stillness ਵਿੱਚ ਹੈ, quiet ਵਿੱਚ ਹੈ, ਉਹ ਕਿਸੇ ਹੋਰ ਚੀਜ਼ 'ਚ ਨਹੀਂ ਹੈ. ਸਾਨੂੰ ਇੰਨੀ ਆਦਤ ਹੈ ਨਾ ਬਾਹਰਲੇ ਇਧਰਲੇ ਉਧਰਲੇ ਖਿਆਲ. the mind is like a monkey, ਉਹ ਤਾਂ ਭੱਜਿਆ ਫਿਰਦਾ ਜੀ. ਸੋ ਉਹਨੂੰ ਸ਼ਾਂਤ ਕਰਨਾ ਬੜਾ ਜ਼ਰੂਰੀ ਹੈ. ਬਹੁਤ ਅੱਛੇ ਜੀ, ਬਿਲਕੁਲ ਜੀ. ਥੋੜੀ ਬਹੁਤ breathing exercises ਜੇ ਅਸੀਂ ਕਰ ਲਈਏ, that's another very good thing. Long deep breaths. 5 minutes, we just spent even 3 minutes of long deep breaths cleanses the system and gets our blood flowing and gets the mind relaxed. Exactly. So we need to basically go in relaxation. Acha, walking is another very, very good exercise. ਜਿਹੜਾ ਹਰ ਬੰਦਾ ਕਰ ਸਕਦਾ ਹੈ ਜੀ. ਤੇ ਮੈਂ ਤੁਹਾਡਾ I was watching one of your programs which you recorded with Jas, who is also a Chandigarh girl. जी, बिल्कुल. And she runs a dance school, and I think that's one of the greatest therapies, dancing. Beautiful. Dancing, listening to music. हर बंदे दा ना एक everyone resonates with something different. ਤੇ ਜੇ ਅਸੀਂ ਆਪਣੇ ਮਾਈਂਡ ਨੂੰ ਤੇ ਆਪਣੇ ਦਿਲ ਨੂੰ ਇਕੱਠਾ ਕਰੀਏ, the mind body spirit connect ਕਰਕੇ, ਤੇ we allow ourselves to be and to see what gives us happiness, what is giving us joy, whether it's music, whether it's dancing, whether it's walking, sometimes even just a hot bath when you get home will give you a relaxed feeling. बिल्कुल बिल्कुल जी, बहुत अच्छे. Another thing is जी, we are scared of change. ਅਸੀਂ ਬਦਲਣਾ ਨਹੀਂ ਚਾਹੁੰਦੇ. ਅਸੀਂ ਆਪਣੇ ਆਪ ਨੂੰ ਥੋੜਾ ਓਪਨ ਕਰੀਏ ਨਾ ਕਿ ਅਸੀਂ ਕਿਸ ਤਰ੍ਹਾਂ ਬਦਲ ਸਕਦੇ ਹਾਂ. that we need. I mean even in the ਗੁਰਬਾਣੀ ਆਪਣੇ ਕਹਿੰਦੇ ਹੈਗੇ ਆ ਕਿ ਚਿੰਤਾ ਤਾਕੀ ਕੀਜੀਏ ਜੀਵਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ. nothing is permanent, only change. So allow yourself to change, allow yourself to flow. That's very important. ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਜੀ ਕਿ ਆਪਣੇ ਆਪ ਨੂੰ ਬਦਲਾਅ ਵਾਲੀ ਜਿਹੜੀ ਹੈ ਸਥਿਤੀ ਦੇ ਵਿੱਚ ਲੈ ਕੇ ਆਉਣਾ ਚਾਹੀਦਾ. ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪਏਗਾ ਕਿ ਤੁਹਾਨੂੰ ਹੁਣ ਬਦਲਣਾ ਪਏਗਾ. ਔਰ ਮੇਰੇ ਖਿਆਲ ਦੇ ਵਿੱਚ ਤੁਸੀਂ ਪਹਿਲੇ ਹਿੱਸੇ ਦੇ ਵਿੱਚ ਇਹ ਗੱਲ ਆਖੀ ਵੀ ਹੈ ਕਿ ਜਿਹੜਾ ਪੈਂਡੇਮਿਕ ਕੋਵਿਡ ਆਇਆ ਹੈ, ਇਸ ਨੇ ਸਾਡੇ ਜੀਣ ਦੇ ਤੌਰ ਤਰੀਕੇ, ਸਾਡੇ ਕੰਮ ਕਰਨ ਦੇ ਤੌਰ ਤਰੀਕੇ, ਸਾਡਾ ਇੱਕ ਦੂਜੇ ਨਾਲ ਮਿਲਣਾ ਜੁਲਣਾ, ਖਾਣ ਪੀਣ, ਸਾਰੇ ਨੂੰ ਜਿਹੜਾ ਚੇਂਜ ਕਰਕੇ ਰੱਖ ਦਿੱਤਾ. ਆਪਾਂ ਅਕਸਰ ਇਹ ਕਹਿੰਦੇ ਕਿ ਜ਼ਿੰਦਗੀ ਬਦਲ ਗਈ ਹੈ ਜੀ, ਜ਼ਿੰਦਗੀ ਚੇਂਜ ਹੋ ਗਈ ਹੈ. ਰਾਦਰ ਦੈਨ ਫੋਰਸੀਬਲੀ ਕੋਈ ਆਊਟਰ ਜਿਹੜੀ ਹੈ ਫੋਰਸ ਤੁਹਾਨੂੰ ਚੇਂਜ ਕਰੇ, ਇਟਸ ਬੈਟਰ ਕਿ ਅਸੀਂ ਮੈਂਟਲ ਲੈਵਲ ਦੇ ਉੱਤੇ ਆਪਣੇ ਆਪ ਨੂੰ, ਜਿਵੇਂ ਰੈਨੀ ਸਿੰਘ ਜੀ ਤੁਸੀਂ ਦੱਸ ਰਹੇ ਹੋ ਕਿ ਆਪਣੇ ਆਪ ਨੂੰ ਆਲਵੇਜ਼ ਰੈਡੀ ਰੱਖੀਏ ਕਿ ਇਹ ਜਿਹੜੀ ਜ਼ਿੰਦਗੀ ਹੈ ਇਸ ਦੇ ਵਿੱਚ ਬਦਲਾਅ ਜਿਹੜਾ ਜੀ ਉਸਨੂੰ ਹਮੇਸ਼ਾ ਕਬੂਲਣਾ ਚਾਹੀਦਾ ਹੈ. ਜਿੱਥੇ ਅਡੈਪਟੇਸ਼ਨ ਜਿਹੜੀ ਹੈ ਡਿਫਰੈਂਟ ਉਹਦੇ ਕੰਮਾਂ ਦੇ ਵਿੱਚ ਅਸੀਂ ਕਰਦੇ ਹਾਂ, ਉੱਥੇ ਨਾਲ ਦੀ ਨਾਲ ਜਿਹੜੀ ਡਿਫਰੈਂਟ ਐਕਲੀਮੇਟਾਈਜੇਸ਼ਨਸ ਜਿਹੜੀਆਂ ਨੇ ਡਿਫਰੈਂਟ ਹਿਸਾਬ ਕਿਤਾਬ ਦੇ ਨਾਲ, ਉਹ ਵੀ ਸਾਨੂੰ ਰੈਡੀ ਰਹਿਣਾ ਪਏਗਾ. ਮੈਂ ਇੱਕ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ, ਔਰ ਸਾਡੇ ਦਰਸ਼ਕ ਵੀ ਸਹਿਮਤ ਹੋਣਗੇ ਕਿ ਕਿਹਾ ਜਾਂਦਾ ਨਾ ਜੀ ਕਿ ਪੇਟ ਦੀ ਭੁੱਖ ਦੇ ਲਈ ਅਸੀਂ ਇੱਕ ਫੂਡ ਖਾਂਦੇ ਹਾਂ ਟੂ ਫੁਲਫਿਲ ਆਰ ਆਰ ਜਿਹੜੀ ਸਾਡੀ ਨੀਡ ਟੂ ਫਿਲ ਆਰ ਸਟਮਕ. ਬਟ ਸਿਮਿਲਰਲੀ ਜਿਹੜਾ ਸਾਡਾ ਸੋਲ ਹੈ, ਜਿਹੜਾ ਸਾਡਾ ਦਿਮਾਗ, ਮਾਈਂਡ, ਜਿਹਨੂੰ ਆਪਾਂ ਕੁਛ ਵੀ ਕਹਿੰਦੇ ਹਾਂ, ਉਹਦੀ ਵੀ ਇੱਕ ਭੁੱਖ ਹੁੰਦੀ ਹੈ ਜਿਹੜੀ ਕਿ ਤੁਸੀਂ ਬਿਲਕੁਲ ਬਾਕਮਾਲ ਐਕਸਪਲੇਨ ਕੀਤੀ ਹੈ ਰੈਨੀ ਸਿੰਘ ਜੀ, ਕਿ ਉਸ ਨੂੰ ਜਿਹੜੀ ਚੀਜ਼ ਚਾਹੀਦੀ ਹੈ, ਸੰਗੀਤ ਵਾਲੇ ਨੂੰ ਸੰਗੀਤ, ਕਿਸੇ ਨੂੰ ਧਰਮ ਕਰਮ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਉੱਦਾਂ ਦੇ ਮਿਊਜ਼ਿਕ ਸੁਣਦਾ, ਜਾਂ ਉੱਦਾਂ ਤੁਹਾਨੂੰ ਕਿਸੇ ਨੂੰ ਹੋ ਸਕਦਾ ਕਾਮੇਡੀ ਚੰਗੀ ਲੱਗਦੀ ਹੋਵੇ. ਸੋ ਡੂ ਵਾਚ ਦੈਟ, ਡੋਂਟ ਰਿਸਟ੍ਰਿਕਟ ਔਰ ਸਟਾਪ ਯੋਰਸੈਲਫ. ਔਰ ਵੈਰੀ ਇੰਪੋਰਟੈਂਟਲੀ ਵਿਚ ਯੂ ਵੈਰੀ ਕਰੈਕਟਲੀ ਮੈਨਸ਼ਨਡ ਦੈਟ ਜਿਹੜੀ ਡੀਕਲਟਰਿੰਗ ਆਫ ਯੂਅਰ, ਨਾਟ ਓਨਲੀ ਤੁਹਾਡਾ ਘਰ ਦੀ ਡੀਕਲਟਰਿੰਗ ਕਰਨੀ ਹੈ. ਅਕਸਰ ਅਸੀਂ ਕਹਿੰਦੇ ਹਾਂ ਕਿ ਘਰ ਨੂੰ ਸਾਫ਼ ਸੁਥਰਾ ਰੱਖੋ, ਅਤੇ ਆਉਣ ਵਾਲੇ ਦੇ ਉੱਤੇ ਬੜਾ ਜਿਹੜਾ ਗੈਸਟ ਆਉਂਦਾ ਹੈ, ਜਿਹੜਾ ਤੁਹਾਡੇ ਮਹਿਮਾਨ ਆਉਂਦਾ, ਜਾਂ ਤੁਹਾਨੂੰ ਵੀ ਬੜਾ ਚੰਗਾ ਲੱਗਦਾ, ਬਟ ਇੱਕ ਮਾਈਂਡ ਦੀ ਜਿਹੜੀ ਕਲੈਂਜ਼ਿੰਗ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ. ਐਂਡ ਨੈਵਰ ਐਵਰ ਕੈਰੀ ਦਾ ਬੈਗੇਜ, ਔਰ ਸਪੈਸ਼ਲੀ ਦਾ ਬੈਗੇਜ ਵਿਚ ਹੈਜ਼ ਨੋ ਵੈਲਿਊ ਟੂ ਯੂ, ਬਿਕਾਜ਼ ਦ ਪਾਸਟ ਦੇ ਵਿੱਚ ਜੋ ਕੁਛ ਹੋ ਗਿਆ ਉਸ ਨੂੰ
ਪਿੱਛੇ ਛੱਡੋ, ਲਰਨ ਲੈਸਨ ਫਰੋਮ ਦੈਮ। ਸੋ ਮੈਂ ਤੁਹਾਡੇ ਕੋਲੋਂ ਅਗਲਾ ਜਿਹੜਾ ਮੇਰਾ ਸਵਾਲ ਹੋਏਗਾ ਜੀ ਉਹ ਇਸੇ ਤਰ੍ਹਾਂ ਦਾ ਹੋਏਗਾ ਕਿ ਤੁਹਾਡੇ ਵੱਲੋਂ ਨਾ ਇੱਕ ਬੜਾ ਅੱਛਾ ਇੱਕ ਜਿਹੜਾ ਕੰਮ ਤੁਸੀਂ ਐਜ਼ ਐਨ ਐਂਟਰਪ੍ਰੇਨਰ ਤੁਸੀਂ ਕੀਤਾ, ਔਰ ਵਰਲਡ ਵਾਈਡ ਤੁਸੀਂ ਉਸ ਨੂੰ ਜਿੱਥੇ ਐਡਵੋਕੇਟ ਕਰਦੇ ਹੋ ਉੱਥੇ ਨਾਲ ਦੀ ਨਾਲ ਮੈਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਕੰਮ ਜਿਹੜਾ ਹੈ ਜੀ ਇਹ ਖੇਤੀ ਨਾਲ ਸੰਬੰਧਿਤ ਹੈ। ਜੀ ਹਾਂ, ਇਹ ਨਾ ਸੋਚੋ ਕਿ ਮੈਂ ਪੋਲੀਟੀਕਲੀ ਜਿਹੜਾ ਇਸ ਵਿਸ਼ੇ 'ਤੇ ਗੱਲ ਕਰ ਰਿਹਾ ਕਿ ਅੱਜ ਵਰਲਡ ਵਾਈਡ ਜਿਹੜਾ ਪੋਲੀਟੀਕਲੀ ਜਿਹੜਾ ਇਸ ਖੇਤੀ ਦੀ ਗੱਲ ਹੋ ਰਹੀ ਹੈ। ਕਿਸਾਨੀ ਦੀ ਗੱਲ ਹਮੇਸ਼ਾ ਜਿਹੜੀ ਆ ਹੁੰਦੀ ਰਹੀ ਹੈ, ਹੁੰਦੀ ਰਹੇਗੀ ਜਿੰਨਾ ਚਿਰ ਤੱਕ ਅਸੀਂ ਜਦੋਂ ਸਾਨੂੰ ਫੂਡ ਸਾਡੀ ਪਲੇਟ ਦੇ ਵਿੱਚੋਂ ਚੁੱਕ ਕੇ ਖਾਣ ਦਾ ਕੋਈ ਬਦਲ ਆ ਗਿਆ, ਦੈਨ ਭਾਵੇਂ ਕੁਛ ਹੋ ਜਾਵੇ, ਲੇਕਿਨ ਇਸ ਬਾਡੀ ਨੂੰ ਐਨਰਜੀ ਸਿਰਫ ਫੂਡ ਦੇ ਸਕਦਾ ਹੈ। ਫੂਡ ਜਿਹੜਾ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਹੈ, ਧਰਤੀ ਉਹ ਜਿਸ ਦਾ ਅਸੀਂ ਵੀ ਇੱਕ ਹਿੱਸਾ ਹਾਂ, ਜਿਸ ਦੇ ਵਿੱਚ ਅਸੀਂ ਜਿਵੇਂ ਤੁਸੀਂ ਦੱਸਿਆ ਕਿ ਗੁਰਬਾਣੀ ਦੀ ਤੁਸੀਂ ਤੁਕ ਬੋਲੀ ਸੀ ਕਿ ਕੋਈ ਥਿਰ ਨਹੀਂ ਹੈ ਇੱਥੇ, ਪਰਮਾਨੈਂਟ ਨਹੀਂ ਹੈ, ਸੋ ਅਸੀਂ ਵੀ ਉਸ ਧਰਤੀ ਦਾ ਹਿੱਸਾ ਬਣਨਾ। ਸੋ ਤੁਸੀਂ ਆਰਗੈਨਿਕ ਖੇਤੀ, ਮੈਂ ਤਾਂ ਇਹ ਸੋਚ ਰਿਹਾ ਸੀ ਕਿ ਸ਼ਾਇਦ ਅਕਸਰ ਸਾਡੇ ਵਰਗੇ ਜਿਹੜੇ ਵੱਡੇ ਸ਼ਹਿਰਾਂ 'ਚ ਅਸੀਂ ਰਹਿੰਦੇ ਹਾਂ, ਅਸੀਂ ਉਹ ਗਮਲਿਆਂ ਦੇ ਵਿੱਚ ਕੋਈ ਫੁੱਲ ਬੂਟੇ ਲਾ ਕੇ ਉਸੇ ਨੂੰ ਸਮਝ ਬੈਠਦੇ ਹਾਂ ਕਿ ਇਸ ਤਾਂ ਬਹੁਤ ਗਾਰਡਨਿੰਗ ਕਰ ਗਈ ਜੀ, ਆਹ ਥੱਕ ਗਏ 10 ਬੂਟਿਆਂ 'ਚ ਪਾਣੀ ਪਾ ਕੇ। ਬਟ ਯੂ ਆਰ ਡੂਇੰਗ ਆਰਗੈਨਿਕ ਐਗਰੀਕਲਚਰ। ਇਹ ਕੀ ਹੈ ਜੀ? ਮੈਨੂੰ ਸਾਡੇ ਦਰਸ਼ਕਾਂ ਨੂੰ ਔਰ ਸਾਡੀਆਂ ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਗ੍ਰਹਿਣੀਆਂ ਨੇ, ਜਿਹੜੀਆਂ ਸਾਡੀਆਂ ਫੀਮੇਲ ਸਾਡੀਆਂ ਦਰਸ਼ਕ ਨੇ, ਉਹਨਾਂ ਦੇ ਲਈ ਮੇਰੇ ਖਿਆਲ ਬੜੀ ਇੱਕ ਆਈ ਓਪਨਿੰਗ ਜਿਹੜੀ ਗੱਲ ਹੋਏਗੀ। ਅਤੇ ਤੁਸੀਂ ਐਸਾ ਕੀ ਉਗਾਉਂਦੇ ਹੋ ਜਿਹੜਾ ਕਿ ਤੁਸੀਂ ਜਿਹਦੇ ਬਾਰੇ ਦੱਸਣਾ ਚਾਹੋਗੇ ਜੀ, ਔਰ ਕਿਉਂ? ਹਾਂਜੀ, ਮੈਂ ਤਾਂ ਐਕਚੁਅਲੀ ਕਿਉਂਕਿ ਇੱਕ ਜ਼ਮੀਂਦਾਰ ਫੈਮਿਲੀ ਤੋਂ ਹਾਂ, ਤੇ ਮੈਂ ਰੀਅਲ ਫਾਰਮਰ ਹਾਂ ਜਿਹਨੂੰ ਕਹਿੰਦੇ ਨੇ। ਸਭ ਤੋਂ ਪਹਿਲਾਂ ਬੋਰਨ ਅ ਫਾਰਮਰ, ਉਸ ਤੋਂ ਬਾਅਦ ਬਿਕੇਮ ਅ ਸਾਈਕੋਥੈਰੇਪਿਸਟ ਜੀ, ਐਂਡ ਅ ਲਿਟਰੇਚਰ, ਅ ਪੋਇਟ, ਜੋ ਵੀ ਕੁਛ ਹੈ ਇਹ ਵੀ ਮੇਰੇ ਖਿਆਲ ਮੇਰੇ ਫਾਰਮਸ ਦੀ ਦੇਣ ਹੈ ਕਿ ਤੁਸੀਂ ਖੇਤੀਬਾੜੀ 'ਚ ਜਾਂ ਸੋਹਣੇ ਫਲ ਫਰੂਟ ਤੇ ਪੌਦਿਆਂ 'ਚ ਵੱਡੇ ਹੋਏ ਹੋ, ਤਾਂ ਤੁਸੀਂ ਨੇਚਰ ਨੂੰ ਦੇਖ ਕੇ ਇੱਕ ਕਿਸਮ ਦੀ ਤੁਹਾਡੇ ਅੰਦਰ ਪੋਇਟਰੀ ਜਾਂ ਜੋ ਵੀ ਹੈ, ਨੇਚਰ ਨਾਲ ਕਨੈਕਸ਼ਨ ਜਾਗਰੂਕ ਹੋ ਜਾਂਦਾ। ਬਿਊਟੀਫੁਲ ਜੀ। ਤੇ ਅੱਜ ਆਰਗੈਨਿਕ ਹੈ, ਦੇਖੋ ਪੁਰਾਣੇ ਜ਼ਮਾਨੇ ਵਿੱਚ ਲੋਕੀ ਕੈਮੀਕਲ ਫਰਟੀਲਾਈਜ਼ਰ ਨਹੀਂ ਪਾਉਂਦੇ ਸੀ, ਸੋ ਐਂਡ ਉਹਨਾਂ ਦੀ ਸਿਹਤ ਤੁਸੀਂ ਦੇਖ ਲਓ ਕਿ ਦੇ ਆਲ ਲਿਵਡ ਅਪ ਮੋਰ ਦੈਨ 100, ਵਧੀਆ, ਨਾ ਕੋਈ ਆਈਸਾਈਟ ਪ੍ਰੋਬਲਮਸ ਐਂਡ ਨਾ ਕੋਈ ਦੰਦਾਂ ਦੀ ਪ੍ਰੋਬਲਮ, ਸਿਹਤ ਐਨ ਵਧੀਆ, ਕੋਈ ਬਿਮਾਰੀਆਂ ਵੀ ਨਹੀਂ ਸੀ। ਆ ਜਿਹੜਾ ਕੁਝ ਚੱਲ ਰਿਹਾ, all these diseases and illnesses are basically because of all the chemicals. True. Chemical in the air, chemical in our food, chemical in our body, in our blood, everything. ਤੇ ਆ ਦੋਨੋਂ ਕੰਮ ਕਿੰਨੇ ਰਿਲੇਟਡ ਹੈ ਤੁਸੀਂ ਦੇਖ ਲਓ। ਜਿਹੜਾ ਸਟ੍ਰੈਸ ਹੈ ਉਹ ਵੀ ਸਾਡੀ ਸਿਹਤ ਨੂੰ ਬਰਬਾਦ ਕਰ ਰਿਹਾ, ਜਿਹੜਾ ਕੈਮੀਕਲ ਹੈ ਉਹ ਵੀ ਬਰਬਾਦ ਕਰ ਰਿਹਾ। ਇਸ ਕਰਕੇ ਫੂਡ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਬੀ ਨੈਚੁਰਲ। ਜਿਸ ਤਰ੍ਹਾਂ thought should be more nature oriented, food should be also more closer to just a natural product. ਤੇ ਜਿਹੜੀ ਆਰਗੈਨਿਕ ਫਾਰਮਿੰਗ ਹੈ, ਬੇਸਿਕਲੀ ਆਰਗੈਨਿਕ ਦਾ ਮਤਲਬ ਹੈ ਤੁਸੀਂ ਉਹਦੇ ਅੰਦਰ ਕੈਮੀਕਲ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ। ਜੀ ਜੀ ਜੀ, ਬਹੁਤ ਅੱਛੇ। ਪਰ ਇਹ ਜ਼ਰੂਰ ਹੈ ਕਿ the people who are doing it in a very professional fashion on a large scale, they use vermiculture. ਮੈਂ ਤਾਂ I am a part of the movement which was started more than 20 years ago, ਤੇ ਅਸੀਂ ਸਾਰੇ ਕੇਰਲਾ ਜਾਂਦੇ ਸੀ, ਉੱਥੇ ਸਿੱਖ ਕੇ ਆਏ ਕਿ how you go about this whole thing. ਬਹੁਤ ਅੱਛਾ। And I worked with a lot of you know the big names ਜਿਹੜੇ ਵੀ ਸੀਗੇ, ਤੇ ਉਹਨਾਂ ਨੇ ਮੈਨੂੰ ਸਿਖਾਇਆ, ਤੇ ਮੈਂ ਆਪਣੇ 20 ਏਕੜ ਆਪਣੇ ਫਾਰਮ ਤੇ ਲਗਾਤੇ ਵੀ ਆਰਗੈਨਿਕ ਕਰਨੀ ਹੈ, ਸਾਰੇ 5 star ਹੋਟਲਸ। ਪਰ ਆਰਗੈਨਿਕ ਦੀ ਪ੍ਰੋਬਲਮ ਇਹ ਹੈਗੀ ਹੈ ਕਿ ਸ਼ਕਲ ਉਹਦੀ ਸੋਹਣੀ ਨਹੀਂ। ਇਸ ਤਰ੍ਹਾਂ ਤੁਹਾਡੇ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ ਟਮਾਟਰ ਦੇਖੋ ਐਨ ਗੋਲ ਗੋਲ ਚਮਕਦੇ, ਯੂ ਨੋ, ਜੀ ਜੀ, ਸਬਜ਼ੀਆਂ ਦੇ ਸੋ ਬਿਊਟੀਫੁਲ, ਲੇਕਿਨ ਆਈ ਐਮ ਸੌਰੀ ਟੂ ਸੇ ਸਵਾਦ ਉਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ। ਹਾਂ, ਜੀਐਮਓ ਸਵਾਦ ਸਾਡੇ ਦੇਸੀ ਟਮਾਟਰ, ਯਾ ਬਿਲਕੁਲ। ਸੋ ਇਟਸ ਨਾਟ ਓਨਲੀ ਦ ਸਵਾਦ, ਇਟਸ ਆਲਸੋ ਦ ਹੈਲਥ ਫੈਕਟਰ। ਬਹੁਤ ਅੱਛੇ। ਸੋ ਆਰਗੈਨਿਕ ਮੀਨਸ ਗਰੋ ਐਵਰੀਥਿੰਗ ਇਨ ਅ ਨੈਚੁਰਲ ਵੇ। ਬਹੁਤ ਅੱਛੇ। ਸੋ ਮੈਂ ਸਮਝਦਾ ਕਿ ਸਾਡਾ ਜਿਹੜਾ ਸਮੇਂ ਦਾ ਜਿੱਥੇ ਪਤਾ ਨਹੀਂ ਲੱਗਾ ਜੀ ਕਿਵੇਂ ਅੱਧਾ ਘੰਟਾ ਜਿਹੜਾ ਜੀ ਉਹ ਬੀਤ ਗਿਆ ਅੱਧਾ ਸਾਡੇ ਸ਼ੋਅ ਦਾ। ਸੋ ਬੜਾ ਕੁਛ ਹੈ ਜਿਹੜਾ ਕਿ ਹਜੇ ਜਿਹਦੇ ਬਾਰੇ ਅਸੀਂ ਗੱਲ ਕਰਨੀ ਸੀ, ਲੇਕਿਨ ਤੁਸੀਂ ਜਿਹੜੀ ਇੱਕ ਗੱਲ ਅਖੀਰ ਦੇ ਵਿੱਚ ਦੱਸੀ ਹੈ ਕਿ ਇਹ ਸਾਰੀ ਚੀਜ਼ ਦਾ ਰਾਜ਼ ਜਿਹੜਾ ਹੈ ਜੀ ਉਹ ਇਹ ਵੀ ਹੈ ਕਿ ਤੁਹਾਨੂੰ ਤਾਂ ਸ਼ੁੱਧ ਖਾਓਗੇ, ਜੈਸਾ ਅੰਨ ਵੈਸਾ ਮਨ। ਸੋ ਉਸ ਗੱਲ ਦੇ ਉੱਤੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿੱਥੇ ਸਮਾਪਤ ਕਰਦੇ ਹਾਂ, ਉੱਥੇ ਤੁਹਾਡੇ ਵੱਲੋਂ ਅੱਜ ਹੈਲੋ ਕੈਨੇਡਾ ਦੇ ਸਾਡੇ ਦਰਸ਼ਕਾਂ ਦੇ ਲਈ ਇੰਨੀ ਬਹੁਤ ਹੀ
ਜਾਣਕਾਰੀ ਭਰਪੂਰ ਜਿਹੜੀ ਇਹ ਗੱਲਬਾਤ ਦੇ ਵਿੱਚ ਸਾਡਾ ਯੋਗਦਾਨ ਜਿਹੜਾ ਪਾਉਣ ਦੇ ਲਈ, ਹਿੱਸਾ ਲੈਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਤੁਹਾਡੇ ਨਾਲ ਅਸੀਂ ਸ਼ਾਮਲ ਹੋਵਾਂਗੇ, ਤੁਹਾਨੂੰ ਜ਼ਰੂਰ ਅਸੀਂ ਸੱਦਾ ਦੇਵਾਂਗੇ। ਉੱਥੇ ਤੁਹਾਡੇ ਲਈ ਬਹੁਤ ਬਹੁਤ ਪੰਜਾਬ ਸਟਾਰ ਦੀ ਸਮੁੱਚੀ ਟੀਮ ਵੱਲੋਂ ਜਿੱਥੇ ਸ਼ੁਭ ਕਾਮਨਾਵਾਂ। ਉੱਥੇ ਆਉਣ ਵਾਲੇ ਸਮੇਂ ਦੀ ਜਿਹੜੇ ਚੰਗੇ ਸਮੇਂ ਦੀ ਉਮੀਦ ਅਤੇ ਆਸ ਦੇ ਨਾਲ ਤੁਹਾਡੇ ਕੋਲੋਂ ਹੁਣ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਰੈਣੀ ਸਿੰਘ ਜੀ। ਥੈਂਕ ਯੂ ਵੈਰੀ ਮਚ ਫॉर कमिंग। बहुत धन्यवाद, थैंक बहुत यू अच्छा लगे। थैंक यू वेरी मच जी, थैंक यू।